ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਫਰਾਡ ਅੱਜ ਮੁੱਦਾ ਹੈ ਹਲਕਾ ਭੋਆ ਨਰੋਟ ਜੈਮਲ ਸਿੰਘ, ਜਿਹੜਾ ਕਿ ਉਹਦਾ ਇੱਕ ਬਲਾਕ ਹੈ। ਉਸ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਗੋਲ, ਜਿੱਥੇ ਕਿ 100 ਏਕੜ ਜ਼ਮੀਨ ਇੱਕ ਵੀਡੀਓ, ਜਿਹੜਾ ਕਿ ਥੋੜ੍ਹੇ 2-4 ਦਿਨ 'ਚ ਹੀ DDPO ਬਣਿਆ, 2-3 ਦਿਨ 'ਚ ਹੀ ਉਹ ADC ਰੂਰਲ ਬਣ ਗਿਆ, ਅਤੇ ਉਹ ਉਸ ਤੋਂ 2 ਦਿਨ ਬਾਅਦ ਰਿਟਾਇਰ ਵੀ ਹੋ ਗਿਆ। ਅਤੇ ਜਾਂਦੇ ਜਾਂਦੇ ਉਹ ਜਿਹੜੀ ਜ਼ਮੀਨ ਹੈ ਉਹ ਕਿਸੇ ਪ੍ਰਾਈਵੇਟ ਬੰਦਿਆਂ ਦੇ ਨਾਂ 'ਤੇ ਕਰ ਗਿਆ। ਇਸ ਮੁੱਦੇ ਦੇ ਉੱਤੇ ਅੱਜ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਹੈ पंजाब कांग्रेस की प्रवक्ता टीना चौधरी जी। टीना चौधरी जी नमस्कार, आपका बहुत बहुत स्वागत है। शुक्रिया खुराना जी, और आपके सभी दर्शकों का बहुत बहुत शुक्रिया। टीना जी, नरोट जैमल सिंह ਦੇ ਵਿੱਚ ਜਿਹੜਾ ਪਿੰਡ ਪੈਂਦਾ ਹੈ ਗੋਲ, ਜਿੱਥੇ ਕਿ ਜਿਹਦਾ ਤੁਸੀਂ ਮੁੱਦਾ ਚੁੱਕਿਆ, ਤੁਸੀਂ ਚੁੱਕਿਆ, ਤੁਹਾਡੇ ਸੀਨੀਅਰ ਲੀਡਰ ਖਹਿਰਾ ਸਾਹਿਬ ਨੇ ਚੁੱਕਿਆ, ਅਤੇ ਉਸ ਦੇ ਵਿੱਚ ਅੱਜ ਐਕਸ਼ਨ ਹੋਇਆ। ਕੱਲ ਐਕਸ਼ਨ ਹੋਇਆ। ਚੀਫ ਸੈਕਟਰੀ ਅਨੁਰਾਗ ਵਰਮਾ ਜੀ ਨੇ ਆਰਡਰ ਕੀਤੇ ਹੈ ਕਿ ਜਿਹੜਾ ਉਹ ਵੀਡੀਓ, ਜਿਹੜਾ ਕਿ DDPO ਬਣਾਇਆ ਗਿਆ ਸੀ, ਉਹਦੇ 'ਤੇ ਵਿਭਿੰਨ ਧਾਰਾਂ ਦੇ ਵਿੱਚ ਧਾਰਾਵਾਂ 409, 420, 423 ਫਾਈਨੈਂਸ਼ੀਅਲ ਕਮਿਸ਼ਨਰ DK ਤਿਵਾਰੀ ਜੀ ਨੂੰ ਆਰਡਰ ਕੀਤੇ ਹੈ ਕਿ ਇਹਨਾਂ ਉੱਤੇ ਮੁਕੱਦਮਾ ਦਾਇਰ ਕੀਤਾ ਜਾਏ। ਇਸ ਦੇ ਬਾਰੇ 'ਚ ਤੁਹਾਡਾ ਕੀ ਕਹਿਣਾ? ਪਹਿਲੇ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਹਾਡੇ ਇਸ ਉਪਰਾਲੇ ਨਾਲ ਇਹ ਸਭ ਕੁਝ ਹੋ ਪਾਇਆ, ਅਤੇ ਇੱਕ ਜਿਹੜਾ ਮਤਲਬ ਇੱਕ ਜਿਹੜਾ ਫਰਾਡ ਕਹਿ ਸਕਦੇ ਹਾਂ ਅਸੀਂ, ਉਹ ਇੱਕ ਜੋ ਉਜਾਗਰ ਹੋਇਆ। ਇਸ ਬਾਰੇ ਤੁਸੀਂ ਕੀ ਕਹੋਗੇ? ਸਭ ਤੋਂ ਪਹਿਲੇ ਮੈਂ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਮੁੱਦੇ ਨੂੰ ਸੀਰੀਅਸਲੀ ਲਿਆ, ਔਰ ਜਿੱਥੇ ਕੁਲਦੀਪ ਸਿੰਘ ਜੈਸੇ ਆਫਿਸਰਸ ਨੂੰ ਜੋ ਸਿਆਸੀ ਲੋਕਾਂ ਦੇ ਵੱਲੋਂ ਜੋ ਇੰਨੇ ਬੂਸਟ ਮਿਲਦੇ ਨੇ ਜਿਨ੍ਹਾਂ ਨੂੰ, ਔਰ ਉਹ ਜਾਂਦੀ ਵਾਰੀ ਗਲਤ ਕੰਮ ਕਰਕੇ ਔਰ ਫਰਾਡ ਕਰਕੇ ਜਾਂਦੇ ਨੇ ਲੋਕਾਂ ਦੇ ਨਾਲ, ਉਹਨਾਂ ਨੂੰ ਅੱਜ ਇਨਸਾਫ ਮਿਲਿਆ। ਉਹਨਾਂ ਲਈ ਬਹੁਤ ਬਹੁਤ ਧੰਨਵਾਦ, ਔਰ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਰ ਡਿਪਾਰਟਮੈਂਟ ਇਸੇ ਤਰ੍ਹਾਂ ਦੇ ਨਾਲ ਸਤਰਕ ਰਹੇਗਾ, ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਫਰਾਡ ਦੇ ਕੇਸਿਸ ਨੇ ਉਹਦੀ ਰੇਸ਼ੋ ਬਹੁਤ ਜ਼ਿਆਦਾ ਘੱਟ ਜਾਏਗੀ, ਲੋਕਾਂ ਨੂੰ ਡਰ ਰਹੇਗਾ। ਔਰ ਮੈਂ ਬਹੁਤ ਖੁਸ਼ ਹਾਂ ਕਿ ਹਲਕਾ ਭੋਆ ਦੇ ਵਿੱਚ ਅਸੀਂ ਇਸ ਚੀਜ਼ ਨੂੰ ਆਵਾਜ਼ ਚੁੱਕੀ ਸੀਗੀ ਕਿ ਕਿਸ ਤਰ੍ਹਾਂ ਦੇ ਨਾਲ ਗੋਲ ਪਿੰਡ ਦੇ ਵਿੱਚ ਉੱਥੋਂ ਦੇ ਜਿਹੜੀ ਪੰਚਾਇਤੀ ਜ਼ਮੀਨ ਹੈ ਨੀਅਰ ਅਬਾਊਟ 100 ਏਕੜ, ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੀ ਹਾਂ ਮੈਂ ਤੁਹਾਡੇ ਚੈਨਲ ਦੇ ਵਿੱਚ, ਕਿ ਕਿਸ ਤਰ੍ਹਾਂ ਦੇ ਨਾਲ ਉਸ DDPO ਵੱਲੋਂ, ਕੁਲਦੀਪ ਜੀ ਵੱਲੋਂ ਉਹਨਾਂ ਨੂੰ ਅਲੱਗ-ਅਲੱਗ ਪ੍ਰਾਈਵੇਟ ਲੋਕਾਂ ਦੇ ਨਾਮ ਕਰ ਦਿੱਤੀ ਗਈ। ਔਰ ਜਿੱਥੇ ਦੇਖਣ ਨੂੰ ਤਾਂ ਇਹ ਮਿਲਦਾ ਸੀਗਾ ਕਿ ਵੈਸੇ ਪਹਿਲੇ ਉਹ DDPO ਸੀਗੇ, ਫਿਰ ਉਹਨਾਂ ਨੂੰ ਕੁਝ ਉਹਨਾਂ 'ਤੇ ਪਹਿਲੇ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਚੁੱਕੇ ਸੀਗੇ, ਸੋ ਉਹ DDPO ਤੋਂ BDO ਬਣੇ ਸੀਗੇ। ਫਿਰ ਉਹਨਾਂ ਨੂੰ ਐਸਾ ਕੀ ਹੋ ਗਿਆ, ਉਹਨਾਂ 'ਚ ਕੀ ਐਸਾ ਦੇਖਿਆ ਕਿ ਡਿਪਾਰਟਮੈਂਟ ਨੇ ਦੇਖਿਆ, ਜਾਂ ਕੁਝ ਲੋਕਲ ਸਿਆਸੀ ਮੰਤਰੀਆਂ ਨੇ ਦੇਖਿਆ, ਜਾਂ ਫਿਰ MLAs ਨੇ ਦੇਖਿਆ, ਜਾਂ ਫਿਰ ਉਸ ਟਾਈਮ 'ਤੇ ਲਾਸਟ ਈਅਰ ਦੀ ਜਦੋਂ ਇਹ ਕੇਸ ਇਨੀਸ਼ੀਏਟ ਹੋਇਆ ਸੀ, ਉਦੋਂ ਪੰਜਾਬ ਦੇ ਪੰਚਾਇਤੀ ਮਿਨਿਸਟਰ ਕੁਲਦੀਪ ਧਾਲੀਵਾਲ ਜੀ ਸੀਗੇ, ਸ਼ਾਇਦ ਉਹਨਾਂ ਨੇ ਉਹਨਾਂ 'ਚ ਕੀ ਦੇਖਿਆ ਕਿ ਉਹਨਾਂ ਨੂੰ ਇੰਨੀਆਂ ਸਾਰੀਆਂ ਪ੍ਰਮੋਸ਼ਨ 10 ਦਿਨਾਂ ਦੇ ਅੰਦਰ ਹੀ ਸਾਰਾ ਕੁਝ ਕਰ ਦਿੱਤਾ ਗਿਆ। ਅਸੀਂ ਟ੍ਰਿਬਿਊਨ ਦੇ ਵਿੱਚ ਜਦੋਂ ਮੈਂ ਨਿਊਜ਼ ਪੜ੍ਹੀ, ਔਰ ਉੱਥੇ ਸਾਫ਼ ਤੌਰ 'ਤੇ ਮੈਂਸ਼ਨ ਸੀਗਾ ਕਿ ਕੁਲਦੀਪ ਜੀ ਨੂੰ 10 ਦਿਨਾਂ ਦੇ ਵਿੱਚ ADC ਦਾ ਚਾਰਜ ਰੂਲਰ ਦਾ ਦੇ ਦਿੱਤਾ ਗਿਆ, ਜਿਹਦੇ ਵਿੱਚ ਤੁਸੀਂ ਸ਼ੌਕਡ ਹੋਗੇ ਗੱਲ ਸੁਣ ਕੇ ਕਿ 25 ਔਰ 26 ਤਰੀਕ
ਫੈਬਰਰੀ ਦੀ ਸੈਟਰਡੇ ਔਰ ਸੰਡੇ, ਔਰ ਇਸ ਦੋਨਾਂ ਤਰੀਕਾਂ ਦੇ ਦਿਨ ਅਗਰ ਮੈਂ ਵਾਰ ਦੇਖਾਂ ਤੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ, ਵਿਚ ਇਜ਼ ਅ ਸੈਟਰਡੇ ਔਰ ਸੰਡੇ। ਸੰਡੇ ਛੁੱਟੀ ਵਾਲੇ ਦਿਨ ਕੁਲਦੀਪ ਸਿੰਘ ਜੀ ਨੂੰ ਉਹਨਾਂ ਨੂੰ ਚਾਰਜ ਦੇ ਦਿੱਤਾ ਗਿਆ ਰੂਲਰ ਦਾ, ਔਰ ਅਗਲੇ ਦਿਨ ਉਹ ਸਾਰੀਆਂ ਜਿਹੜੀਆਂ ਜਗ੍ਹਾ ਸੀਗੀਆਂ ਜਮ੍ਹਾਂਬੰਦੀਆਂ ਜਾਂ ਜੋ ਵੀ ਸੀਗਾ ਉਹਨਾਂ ਤੇ ਜੋ ਇਨਕੁਆਇਰੀ ਕੰਮ ਕਰਨਾ ਬਣਦਾ ਸੀ, ਉਹ ਸਾਰੀ ਪੰਚਾਇਤੀ ਲੈਂਡ ਜਿਹੜੀ ਸੀਗੀ ਉਹ ਇੰਡੀਵਿਜੂਅਲਸ ਦੇ ਨਾਮ ਕਰਕੇ ਅਗਲੇ ਦਿਨ ਹੀ ਵੈਰੀ ਨੈਕਸਟ ਡੇ ਉਹ ਰਿਟਾਇਰ ਹੋ ਜਾਂਦੇ ਨੇ। ਉਹਨਾਂ ਨੂੰ ਇਹ ਲੱਗਿਆ ਕਿ ਜਾਂ ਉਹਨਾਂ ਦੇ ਕੁਝ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਉਹਨਾਂ ਨੂੰ ਲੱਗਿਆ ਇਹ ਤੇ ਰਿਟਾਇਰ ਹੋ ਜਾਣਗੇ, ਕੌਣ ਇਨਕੁਆਇਰੀ ਕਰਵਾਏਗਾ, ਸ਼ਾਇਦ ਇਸ ਤਰ੍ਹਾਂ ਇਹ ਮਸਲਾ ਦੱਬਿਆ ਜਾਏ, ਕੋਈ ਇਸ ਨੂੰ ਰੇਜ਼ ਨਹੀਂ ਕਰੇਗਾ। ਲੋਕਲ ਪੰਚਾਇਤੀ ਲੋਕ ਜਿਹੜੇ ਮੈਂਬਰ ਸੀਗੇ, ਸਰਪੰਚ ਸੀਗੇ ਗੋਲ ਪਿੰਡ ਦੇ, ਉਹਨਾਂ ਸਾਰਿਆਂ ਨੇ ਮੁੱਦਾ ਪਰ ਉਹ ਸਰਪੰਚ ਵੀ ਤੁਹਾਡਾ ਕਾਂਗਰਸ ਦਾ ਹੀ ਹੁੰਦਾ ਸੀ ਪਹਿਲੇ? ਨਹੀਂ, ਜਿਹੜੇ ਗੋਲ ਪਿੰਡ ਦੇ ਸਰਪੰਚ ਹੈਗੇ ਆ, ਠੀਕ ਹੈ, ਉੱਧਰ ਦੀ ਗੱਲ ਕਰ ਰਹੀ ਇਹਨਾਂ ਸਾਰਿਆਂ ਨੇ ਲੋਕਲ ਪੰਚਾਇਤੀ ਜਿੰਨੇ ਮੈਂਬਰਸ ਹੁੰਦੇ ਆ ਉਹਨਾਂ ਦੇ ਕੰਸੈਂਟ ਦੇ ਨਾਲ ਕੰਪਲੇਂਟਸ ਵੀ ਕੀਤੀਆਂ। ਕੁਲਦੀਪ ਧਾਲੀਵਾਲ ਜੀ ਨੂੰ ਵੀ ਕੰਪਲੇਂਟਸ ਕੀਤੀਆਂ ਸੀਗੀਆਂ, ਬਟ ਆਈ ਡੋਂਟ ਨੋ ਉਹਦਾ ਕੀ ਬਣਿਆ ਉਸ ਟਾਈਮ ਤੇ। ਬਟ ਨਾਓ ਦ ਥਿੰਗ ਇਜ਼ ਕਿ ਗੱਲ ਇਹ ਵੀ ਸੁਣਨ 'ਚ ਆ ਰਹੀ ਹੈ ਕਿ ਜੋ ਇਹ ਸਾਰਾ ਮਸਲਾ ਹੋਇਆ, ਜੋ ਇਹ ਸਭ ਕੁਝ ਹੋਇਆ, ਤੇ ਕੁਝ ਸਾਡੇ ਕਹਿ ਰਹੇ ਕਿ ਕਾਂਗਰਸ ਦੇ ਪਾਰਟੀ ਦੇ ਜਿਹੜੇ ਸਰਪੰਚ ਸੀਗੇ ਜਾਂ ਸਾਬਕਾ ਸਰਪੰਚ ਜਾਂ ਮੈਂਬਰ, ਉਹਨਾਂ ਨੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਜਿਹਦੇ ਵਿੱਚ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਸੱਤਾ ਹੈਗੀ ਹੈ, ਸੱਤਾ ਦੇ ਵਿੱਚ ਅਸੀਂ ਚਲੇ ਜਾਈਏ ਤੇ ਸਾਡੇ ਜਿਹੜੇ ਕੰਮ ਹੋਣ ਵਾਲੇ ਆ ਉਹ ਸਾਰੇ ਹੋ ਜਾਣ। ਬਟ ਠੀਕ ਹੈ, ਤੁਸੀਂ ਆਪਣਾ ਡਿਸੀਜ਼ਨ ਲਿਆ, ਤੁਹਾਡੀ ਆਪਣੀ ਰਾਏ ਹੋ ਸਕਦੀ ਹੈ, ਬਟ ਐਸੇ ਲੋਕਾਂ ਦਾ ਅਸੀਂ ਕੀ ਕਰੀਏ ਜਿਹੜੇ ਲੋਕ ਸੱਤਾ ਦਾ ਮਾਣ ਲੈਣ ਵਾਸਤੇ ਇਲੀਗਲ ਕੰਮ ਕਰਨ ਲਈ ਪਾਰਟੀਆਂ ਜੁਆਇਨ ਕਰਦੇ ਨੇ? ਇਹਦੇ ਬਾਰੇ ਸੋਚਣਾ ਪਏਗਾ ਸਾਨੂੰ। ਆਈ ਥਿੰਕ ਮੈਂ ਖੁਦ ਵੀ ਇਸ ਬਾਰੇ ਪਾਰਟੀ ਦੇ ਆਪਣੇ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪੰਜਾਬ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ, ਇਹ ਮੈਂ ਰਿਟਨ ਦੇ ਵਿੱਚ ਉਹਨਾਂ ਨੂੰ ਕੰਪਲੇਂਟ ਦੇ ਕੇ ਆਵਾਂਗੀ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਇਸ ਨਾਮ ਸੁਣਨ 'ਚ ਆ ਰਿਹਾ। ਸੁਖਪਾਲ ਖਹਿਰਾ ਜੀ ਨੇ ਵੀ ਇਸ 'ਤੇ ਟਵੀਟ ਕੀਤਾ, ਉਹਨਾਂ ਨੇ ਵੀ ਚੰਡੀਗੜ੍ਹ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਉਹਨਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ ਇਹ ਜਿਹੜੇ ਸੋਮਰਾਜ ਨੇ, ਇਹਨਾਂ ਸੋਮਰਾਜ ਜੀ ਨੇ ਜਾਂ ਉਹਨਾਂ ਦੀ ਵਾਈਫ ਦਾ ਨਾਮ ਮਨਜੀਤ ਕੌਰ, ਉਸ ਦੇ ਵਿੱਚ ਜਮ੍ਹਾਂਬੰਦੀਆਂ ਦੇ ਵਿੱਚ ਜਾਂ ਡਾਕੂਮੈਂਟ ਦੇ ਵਿੱਚ ਫਰਦ ਦੇ ਵਿੱਚ ਨਾਮ ਲਿਖਿਆ ਗਿਆ, ਕਈ ਹਿੱਸੇ ਉਹਨਾਂ ਦੇ ਨਾਮ ਕਰ ਦਿੱਤੇ ਗਏ। ਸੋ ਕਿਆ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਲਾਲਚੰਦ ਕਟਾਰੂ ਚੱਕ ਜੀ ਨੇ, ਲੋਕਲ ਮਿਨਿਸਟਰ ਨੇ, ਉਹ ਸਾਰੇ ਮੈਂਬਰਸ ਨੂੰ ਪਾਰਟੀ 'ਚ ਆਪਣੀ ਪਾਰਟੀ 'ਚ ਸ਼ਾਮਲ ਕਰਵਾਇਆ? ਉਹੀ ਇੱਕ ਉਹਨਾਂ ਦੇ ਵਿੱਚੋਂ ਜਿਹੜੇ ਤਾਰਾਗੜ੍ਹ ਤੋਂ ਸੋਮਰਾਜ ਜੀ ਨੇ, ਉਹਨਾਂ ਦੀ ਵਾਈਫ ਮਨਜੀਤ ਕੌਰ, ਉਹਨਾਂ ਦੇ ਨਾਮ ਤੇ ਵੀ ਆਈ ਥਿੰਕ ਇਹ ਸਾਰੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਪਈਆਂ। ਤੇ ਕਿਆ ਇੱਦਾਂ ਹੋ ਸਕਦਾ ਕਿ ਇਹ ਮੰਤਰੀ ਜੀ ਨੂੰ ਪਤਾ ਹੀ ਨਾ ਹੋਏ? ਮੈਨੂੰ ਇੱਕ ਗੱਲ ਦੱਸੋ, ਗੱਲ ਹੋਈ ਕਿ BDO ਜਾਂ DDPO ਉਹਨਾਂ 'ਤੇ ਪਰਚਾ ਦਿੱਤਾ ਜਾਏ, ਪਰ ਟੀਨਾ ਜੀ ਤੁਹਾਨੂੰ ਪਤਾ ਹੈ ਕਿ ਜਿਹੜਾ ਬੰਦਾ ਫਰਾਡ ਕਰਦਾ ਹੈ ਜਾਂ ਜਿਹੜਾ ਬੈਨੀਫੀਸ਼ਰੀ ਹੁੰਦਾ ਹੈ, ਅਗਰ ਤੁਸੀਂ ਮੈਨੂੰ ਫਰਾਡ ਨਾਲ ਕੋਈ ਚੀਜ਼ ਵੇਚਦੇ ਹੋ ਤੇ ਅਗਰ ਤੁਹਾਡੇ 'ਤੇ ਪਰਚਾ ਹੁੰਦਾ ਤਾਂ ਮੇਰੇ 'ਤੇ ਵੀ ਨਾਲ ਹੋਏਗਾ, ਬਿਕੋਜ਼ ਆਈ ਐਮ ਦਾ ਬੈਨੀਫੀਸ਼ਰੀ। ਦੈਨ ਦੇਰ ਇਜ਼ ਓਨਲੀ ਵਨ ਨੇਮ ਕਿ BDO ਦੇ ਉੱਤੇ ਜਾਂ DDPO ਦੇ ਉੱਤੇ ਪਰਚਾ ਹੋਏਗਾ, ਬਟ ਬਾਕੀਆਂ ਦੇ ਪਰਚਾ ਕਿਉਂ ਨਹੀਂ ਹੋਏਗਾ? ਕਿਆ ਉਹ BDO ਤੋਂ DDPO ਤੋਂ BDO ਤੇ ਫਿਰ ਉਸ ਤੋਂ ਬਾਅਦ ADC ਬਣ ਗਿਆ? ਕਿਆ ਤੁਸੀਂ ਕੀ ਸੋਚਦੇ ਹੋ ਕਿ ਉਹ ਆਪਣੇ ਆਪ ਬਣ ਗਿਆ? ਕੋਈ ਤਾਂ ਪਿੱਛੇ ਸਪੋਰਟ ਹੋਏਗੀ, ਕੋਈ ਤਾਂ ਐਸੀ ਤਾਕਤ ਹੋਏਗੀ ਜਿਹਨੇ ਉਹਨੂੰ ਇਹ ਸਭ ਕੁਝ ਬਣਾਇਆ ਤੇ ਉਹਦੇ ਹੱਥੋਂ ਇਹ ਕੰਮ ਕਰਵਾਇਆ। ਜੀ ਬਿਲਕੁਲ, ਇਹ ਸਾਡਾ ਨੈਕਸਟ ਕੁਐਸਚਨ ਹੈ ਹੁਣ ਕਿ ਪਹਿਲੀ ਕਾਰਵਾਈ ਤਾਂ ਹੋ ਗਈ ਕਿ ਤੁਸੀਂ ਹੁਣ ਇਹ ਜਿਹੜੇ ਹੁਣ ਫਾਰਮਰ ADC ਸੀਗੇ ਜਿਹੜੇ ਹੁਣ ਰੀਸੈਂਟਲੀ ਰਿਟਾਇਰ ਹੋਏ, ਉਹਨਾਂ ਦੇ ਤੇ ਤੁਸੀਂ ਪਰਚਾ ਦਰਜ ਕਰਨ ਲਈ ਸਾਰੇ ਜਿਹੜੇ ਹੈਗੇ ਆ ਉਹ ਤੁਸੀਂ ਐਲਾਨ ਤੇ ਕਰ ਦਿੱਤਾ, ਬਟ ਵਾਟ ਅਬਾਊਟ ਦੋਜ਼ ਜਿਹੜੇ ਇਹਨਾਂ ਦੇ ਪਿੱਛੇ ਸਾਜ਼ਿਸ਼ਾਂ ਰਚੀਆਂ? ਕਿਹਨਾਂ ਨੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ADC ਬਣਾਇਆ? ਦਿਸ ਇਜ਼ ਦ ਕੁਐਸਚਨ। ਬਿਨਾਂ ਸਿਆਸੀ ਸਪੋਰਟ ਤੋਂ, ਬਿਨਾਂ ਕਿਸੇ ਪੋਲੀਟੀਕਲ ਸਪੋਰਟ ਤੋਂ, ਬਿਨਾਂ ਲੋਕਲ MLA ਤੋਂ, ਬਿਨਾਂ ਮੰਤਰੀ ਤੋਂ, ਬਿਨਾਂ ਇਹ ਕੰਮ ਹੋ ਹੀ ਨਹੀਂ ਸੀ ਸਕਦਾ, ਵਿਚ ਇਜ਼ ਵੈਰੀ ਜੈਨੂਅਨ। ਔਰ ਇਹਦੇ ਬਾਰੇ ਜੇ ਅਸੀਂ ਸਵਾਲ ਨਹੀਂ ਕਰਾਂਗੇ ਤਾਂ ਕੌਣ ਕਰੇਗਾ? ਔਰ ਸਭ ਤੋਂ ਵੱਡੀ ਗੱਲ, ਅਗਰ ਉਹਨਾਂ 'ਤੇ ਜਦੋਂ ਇਹ ਸਾਰਾ ਮਸਲਾ ਉੱਠਿਆ ਜਾਂ ਜਦੋਂ ਲੱਗਿਆ ਕਿ ਇਹਨਾਂ 'ਤੇ ਪਰਚੇ ਹੋਣੇ ਚਾਹੀਦੇ ਆ DDPO 'ਤੇ ਜਾਂ ADC 'ਤੇ, ਤੇ ਜਿਹੜੇ ਬੈਨੀਫੀਸ਼ਰੀ ਨੇ ਜਿਨ੍ਹਾਂ ਨੇ ਪੰਚਾਇਤ ਉਹ ਜਿਹੜੀ ਜ਼ਮੀਨ ਹੈ ਜਿਨ੍ਹਾਂ ਦੇ ਨਾਮ 'ਤੇ ਕਰਵਾਈ ਹੈ, ਉਹਦੇ ਬਾਰੇ ਇਨਕੁਆਇਰੀ ਕੌਣ ਕਰੇਗਾ? ਔਰ ਆਈ ਥਿੰਕ ਉਹਨਾਂ ਦੇ ਵਿੱਚੋਂ ਕੁਝ ਐਸੇ ਨੇ ਜਿਨ੍ਹਾਂ ਨੇ ਵੂਮਨਸ ਦੇ ਨਾਮ 'ਤੇ ਕਰਵਾ ਦਿੱਤਾ, ਕੁਝ ਜੈਂਟਸ ਹੁੰਦੇ ਨੇ ਜਿਹੜੇ ਵਰਕਰਸ ਹੁੰਦੇ ਆ ਆਪਣੀ ਵਾਈਫ ਦਾ ਨਾਮ ਵਿੱਚ ਮੈਂਸ਼ਨ ਕਰ ਦਿੰਦੇ ਨੇ। ਸੋ ਮੈਨੂੰ ਦੱਸੋ, ਇੱਕ ਵਾਈਫ ਨੂੰ ਕੀ ਪਤਾ, ਲੇਡੀ ਨੂੰ ਕੀ ਪਤਾ ਕਿ ਉਹ ਕਿੱਥੇ ਰਜਿਸਟਰੀ ਹੋ ਰਹੀ ਹੈ? ਹਸਬੈਂਡ ਨੇ ਜਿੱਥੇ ਕਿਹਾ ਨਾਲ ਚਲੋ ਉਹ ਚਲੇ ਗਏ, ਉੱਥੇ ਜਾ ਕੇ ਉਹਨਾਂ ਨੇ ਫੋਟੋ ਵਗੈਰਾ ਕਰਵਾਈ ਹੋਏਗੀ ਤਹਿਸੀਲ 'ਚ ਜਾ ਕੇ, ਤੇ ਹੁਣ ਜਿਹੜਾ ਹੈਗਾ ਪਰਚਾ ਜਿਹੜਾ ਹੋਏਗਾ ਹੁਣ ਵਾਈਫ ਦੇ ਨਾਮ ਤੇ ਹੋਏਗਾ। ਸੋ ਦੈਟ ਮੀਨਸ ਉਹ ਲੇਡੀ ਸਫਰ ਕਰੇਗੀ ਹੁਣ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੁਲਦੀਪ ਜੀ ਤੋਂ ਰਿਮਾਂਡ ਲੈਣਾ ਚਾਹੀਦਾ, ਕੁਲਦੀਪ ਜੀ ਦਾ, ਜਿਹੜੇ ਫਾਰਮਰ ADC ਜਿਹੜੇ ਰੂਲਰ ਦੇ ਸੀਗੇ ਔਰ ਜਿਹੜੇ ਰਿਟਾਇਰ ਹੋਏ, ਉਹਨਾਂ ਨੂੰ ਰਿਮਾਂਡ ਤੇ ਲਓ, ਉਹਨਾਂ ਨੂੰ ਪੁੱਛਿਆ ਜਾਏ
ਸਟ੍ਰਿਕਟਲੀ ਪੁੱਛਿਆ ਜਾਏ ਕਿ ਤੁਹਾਨੂੰ ਕਿਹਨਾਂ ਨੇ ਜਿਹੜਾ ਹੈਗਾ ਪਰਮਿਸ਼ਨ ਲਈ ਅਪਰੋਚ ਕੀਤਾ ਕਿ ਤੁਹਾਡੀ ਜਿਹੜੀ ਹੈਗੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ। ਪ੍ਰਮੋਸ਼ਨ ਹੋਣ ਤੋਂ ਬਾਅਦ ਤੁਸੀਂ ਜਿਨ੍ਹਾਂ ਦੇ ਨਾਮ ਤੇ ਕੀਤਾ ਉਹਨਾਂ ਸਾਰੇ ਬੰਦਿਆਂ ਦਾ ਨਾਮ ਲਓ, ਕਿਹਨਾਂ ਨੇ ਤੁਹਾਨੂੰ ਅੱਗੇ ਲਿਆਂਦਾ, ਕਿਹਨਾਂ ਨੂੰ ਤੁਹਾਨੂੰ ਲੋਕਲ ਮੰਤਰੀਆਂ ਨਾਲ ਜਾਂ ਐਮਐਲਏ ਜਾਂ ਕੁਲਦੀਪ ਧਾਲੀਵਾਲ ਜੀ ਨਾਲ ਮਿਲਵਾਇਆ ਜਿੱਥੇ ਤੁਸੀਂ ਇਹ ਸਾਰਾ ਖੇਡ ਰਚਣਾ ਚਾਹੁੰਦੇ ਸੀਗੇ। ਸੋ ਇਹਦੇ ਬਾਰੇ ਹਜੇ ਇਨਕੁਆਇਰੀ ਹੋਣਾ ਬਾਕੀ ਹੈ। ਸੋ ਅਸੀਂ ਦੇਖਾਂਗੇ ਪੰਜਾਬ ਸਰਕਾਰ ਔਰ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਕਹਿੰਦੇ ਹੋਏ ਥੱਕਦੇ ਨਹੀਂ ਕਿ ਅਸੀਂ ਕੱਟੜ ਇਮਾਨਦਾਰ ਪਾਰਟੀ, ਅਸੀਂ ਕੱਟੜ ਲੋਕ ਆ ਜੀ, ਸਾਡੇ ਵਿੱਚ ਕੋਈ ਵੀ ਗੱਦਾਰੀ ਕਰਨ ਵਾਲਾ ਕੋਈ ਬੰਦਾ ਹੈ ਹੀ ਨਹੀਂ। ਸੋ ਤੁਹਾਡਾ ਟਾਈਮ ਆ ਗਿਆ, ਮੌਕਾ ਆ ਗਿਆ ਹੁਣ ਹਲਕੇ ਭੋਏ ਦੇ ਵਿੱਚ ਭਗਵੰਤ ਮਾਨ ਜੀ ਦੇਖੋ ਕੀ ਹੋ ਰਿਹਾ। ਤੁਸੀਂ ਤਾਂ ਹਰ ਪਾਸੇ ਪੂਰੇ ਪੰਜਾਬ ਦੇ ਵਿੱਚ ਕੁਲਦੀਪ ਧਾਲੀਵਾਲ ਜੀ ਕਹਿੰਦੇ ਥੱਕ ਗਏ, ਅਸੀਂ ਇੰਨੇ ਹਜ਼ਾਰ ਏਕੜ ਜ਼ਮੀਨ ਛਡਾ ਦਿੱਤੀ, ਇੰਨਾ ਇਹ ਕਰ ਦਿੱਤਾ, ਉਹ ਕਰਤਾ, ਪੰਚਾਇਤੀ ਜ਼ਮੀਨਾਂ ਛਡਾ ਦਿੱਤੀਆਂ, ਇਸੇ ਤਰ੍ਹਾਂ ਛਡਾਈਆਂ ਗਿਆ। ਕਿਆ ਤੁਸੀਂ ਕਬਜ਼ੇ ਕਰਵਾ ਕੇ ਤੇ ਆਪਣੇ ਨਾਮ ਕਰਵਾ ਲੀਆਂ, ਜਾਂ ਤੁਹਾਡੇ ਕਿਹੜੇ ਐਸੇ ਵਰਕਰ ਨੇ? ਅਗਰ ਕੋਈ ਮੰਤਰੀ ਜੇ ਨਹੀਂ ਇਨਵੋਲਵ ਤੇ ਕਿਹੜਾ ਵਰਕਰ ਇਨਵੋਲਵ ਹੈ ਉਹਨਾਂ ਦਾ? ਹੋ ਸਕਦਾ ਮੰਤਰੀ ਦੇ ਕਿਸੇ ਵਰਕਰ ਨੇ ਨਾਮ ਯੂਜ਼ ਕਰਕੇ ਉਹਨਾਂ ਦੀ ਪ੍ਰਮੋਸ਼ਨ ਕਰਵਾਈ ਹੋਏ। ਐਨੀਥਿੰਗ ਕੈਨ ਬੀ ਪੋਸੀਬਲ। ਇਹ ਵੀ ਬਾਹਰ ਆਉਣਾ ਚਾਹੀਦਾ। ਸੋ ਵਿਚ ਦੈਟ ਇਜ਼ ਵੈਰੀ ਕਲੀਅਰ। ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ, ਜਿਹੜੇ ਲੋਕ ਪਹਿਲੇ ਕਾਂਗਰਸ ਛੱਡ ਕੇ ਇਸ ਤੋਂ ਪਹਿਲੇ ਆਈ ਥਿੰਕ ਇਹ ਬੀਜੇਪੀ 'ਚ ਵੀ ਸੀਗੇ, ਉਸ ਤੋਂ ਪਹਿਲਾਂ ਇਹ ਆਈ ਥਿੰਕ ਅਕਾਲੀਆਂ ਨਾਲ ਵੀ ਕੰਮ ਕੀਤਾ, ਫਿਰ ਉਸ ਤੋਂ ਪਹਿਲਾਂ ਸੀਮਾ ਜੀ ਨਾਲ ਵੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ, ਹੁਣ ਸੱਤਾ ਦਾ ਮਾਣ ਭੋਗਣ ਵਾਸਤੇ ਹੁਣ ਝਾੜੂ ਦੇ ਵਿੱਚ ਚਲੇ ਗਏ। ਕਿਆ ਇਹ ਰੀਜ਼ਨ ਸੀਗਾ? ਤੁਸੀਂ ਇਹੀ ਕਾਰਨ ਕਰਕੇ ਪਾਰਟੀ ਛੱਡ ਕੇ ਜਾਂਦੇ ਹੋ? ਇਹ ਰੀਜ਼ਨ ਹੈਗਾ? ਕਿਆ ਆਪਣੇ ਪਰਸਨਲ ਬੈਨੀਫਿਟ ਕਰਕੇ ਤੁਸੀਂ ਦਗਾਬਾਜ਼ੀਆਂ ਕਰਨ ਕਰਕੇ, ਕਰਪਸ਼ਨ ਕਾਰਨ ਤੁਸੀਂ ਪਾਰਟੀਆਂ ਜੁਆਇਨ ਕਰਦੇ ਹੋ? ਸੋ ਇਹ ਸਮਝਣਾ ਚਾਹੀਦਾ ਲੋਕਾਂ ਨੂੰ ਵੀ ਕਿ ਐਸੇ ਲੋਕ ਕਿਆ ਦੁਬਾਰਾ ਤੋਂ ਜਦੋਂ ਬਾਕੀ ਪਾਰਟੀ ਕਿਸੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਆਉਣ ਵਾਲੀ ਹੋਏ, ਇਹ ਕਿਆ ਫਿਰ ਪਾਰਟੀ ਸ਼ਿਫਟ ਕਰਨਗੇ? ਸੋ ਮੈਂ ਰਾਹੁਲ ਗਾਂਧੀ ਜੀ ਨੂੰ ਰਿਟਨ ਕੰਪਲੇਂਟ ਦਿਆਂਗੀ ਐਸੇ ਲੋਕਾਂ ਦੀ ਜੋ ਲੋਕ ਸੱਤਾ ਵੱਲ ਦੇਖ ਕੇ ਪਾਰਟੀ ਜੁਆਇਨ ਕਰਦੇ ਨੇ ਔਰ ਝੂਠੇ ਬਲੇਮ ਲਗਾਉਂਦੇ ਨੇ ਕਿ ਸਾਨੂੰ ਉਹ ਬੰਦਾ ਨਹੀਂ ਪਸੰਦ ਆਇਆ, ਸਾਨੂੰ ਉਹ ਬੰਦਾ ਨਹੀਂ ਪਸੰਦ ਆਇਆ, ਇਸ ਲਈ ਅਸੀਂ ਪਾਰਟੀ ਛੱਡ ਕੇ ਜਾ ਰਹੇ ਹਾਂ। ਇਹ ਝੂਠ ਬੋਲਦੇ ਨੇ, ਇਹ ਕਰਪਸ਼ਨ ਕਰਨਾ ਚਾਹੁੰਦੇ ਨੇ। ਔਰ ਮੈਂ ਸਖਤ ਹਿਦਾਇਤ ਦਿਆਂਗੀ, ਮੈਂ ਐਸੇ ਲੋਕਾਂ ਨੂੰ ਕਦੀ ਦੁਬਾਰਾ ਐਸੀ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿਆਂਗੀ। ਔਰ ਇਹ ਰਾਹੁਲ ਗਾਂਧੀ ਜੀ, ਪ੍ਰਿਯੰਕਾ ਗਾਂਧੀ ਜੀ, ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਜਿੰਨੀ ਸੀਨੀਅਰ ਹਾਈ ਕਮਾਂਡ ਹੈ, ਸਾਰਿਆਂ ਨੂੰ, ਵੇਨੂ ਗੋਪਾਲ ਜੀ ਨੂੰ, ਸਾਡੇ ਪਾਰਟੀ ਦੇ ਜਨਰਲ ਸੈਕਟਰੀ, ਸਾਰਿਆਂ ਨੂੰ ਰਿਟਨ ਦੇ ਵਿੱਚ ਕੰਪਲੇਂਟ ਦੇ ਕੇ ਆਵਾਂਗੇ ਕਿ ਐਸੇ ਲੋਕ ਦੁਬਾਰਾ ਪਾਰਟੀ ਦੇ ਵਿੱਚ ਵਾਪਸ ਨਹੀਂ ਆਉਣੇ ਚਾਹੀਦੇ, ਕਿਉਂਕਿ ਇਹਨਾਂ ਲੋਕਾਂ ਨੇ ਸਾਡੀ ਪਾਰਟੀ ਨੂੰ ਖਰਾਬ ਕੀਤਾ, ਜਿਹੜੇ ਕਰਪਸ਼ਨ ਕਰਨਾ ਚਾਹੁੰਦੇ ਨੇ। ਔਰ ਅੱਜ ਕਰਪਸ਼ਨ ਭੋਗਣੀ ਪਏਗੀ, ਸ਼ਾਇਦ ਉਹਨਾਂ ਦੀ ਪਤਨੀ ਨੂੰ ਭੋਗਣੀ ਪਏਗੀ, ਹੋਰ ਪਤਾ ਨਹੀਂ ਕਿੰਨੇ ਜਣੇ ਨੇ। ਪਤਾ ਕਰਵਾਉਣਾ ਚਾਹੀਦਾ ਕਿਹੜੇ ਲੋਕਾਂ ਦੇ ਨਾਮ ਤੇ ਰਜਿਸਟਰੀਆਂ ਹੋਈਆਂ, ਉਹਨਾਂ ਦੇ ਨਾਂ ਤੇ ਪਰਚਾ ਦਰਜ ਕਰੋ, ਕਿਉਂ ਕਰਵਾ ਲਈ, ਪੰਚਾਇਤੀ ਜ਼ਮੀਨ ਕਿਸ ਤਰ੍ਹਾਂ ਲੈ ਲਈ, ਕਿਹਦੇ ਕਰਕੇ ਲਈ ਔਰ ਕਿਹਦੇ ਤੋਂ ਪੁੱਛ ਕੇ ਲਈ। ਔਰ ਮੰਤਰੀ ਸਾਡੇ ਚੁੱਪ ਕਰਕੇ ਬੈਠ ਕੇ ਤਮਾਸ਼ਾ ਦੇਖ ਰਹੇ ਨੇ, ਕਿਉਂ? ਵਾਏ ਤੁਸੀਂ ਸੋਚ ਰਹੇ ਹੋ ਅਸੀਂ ਹਲਕਿਆਂ ਦੇ ਵਿੱਚ ਜਾ ਕੇ ਪੁਰਾਣੇ ਆਏ ਫੰਡਾਂ ਨੂੰ ਤੁਸੀਂ ਥੋੜ੍ਹੇ ਵੰਡ ਕੇ ਲੋਕਾਂ ਦੇ ਵਿੱਚ ਵਾਹਵਾ ਹੀ ਖੱਟ ਲੋਗੇ? ਕੰਮ ਕਰਕੇ ਦੱਸੋ, ਹੁਣ ਐਕਸ਼ਨ ਲੈ ਕੇ ਦੱਸੋ। ਅਗਰ ਤੁਸੀਂ ਨਹੀਂ ਕੀਤਾ, ਤੁਹਾਡੇ ਕਿਸੇ ਵਰਕਰ ਨੇ ਕੀਤਾ, ਤੁਹਾਡੇ ਆਪਣੇ ਵਰਕਰ ਜਿਨ੍ਹਾਂ ਨੂੰ ਤੁਸੀਂ ਕਾਂਗਰਸ ਪਾਰਟੀ ਛਡਾ ਕੇ ਆਪਣੀ ਪਾਰਟੀ ਜੁਆਇਨ ਕਰਵਾਈ ਹੈ, ਲੋ ਐਕਸ਼ਨ ਇਹਨਾਂ ਤੇ। ਇਹਨਾਂ ਦੀ ਵਾਈਫ ਦਾ ਨਾਮ ਵਿੱਚ ਹੈਗਾ, ਜਿਨ੍ਹਾਂ ਨੂੰ ਤੁਸੀਂ ਆਪਣੀ ਪਾਰਟੀ 'ਚ ਜੁਆਇਨ ਕਰਾਇਆ, ਤੁਸੀਂ ਐਕਸ਼ਨ ਲੈਂਦੇ ਹੋ ਕਿ ਨਹੀਂ? ਅਸੀਂ ਦੇਖਣਾ ਚਾਹਾਂਗੇ। ਹੁਣ ਦੇਖਾਂਗੇ ਤੁਸੀਂ ਕਿੰਨੇ ਕੱਟੜ ਇਮਾਨਦਾਰ ਹੈਗੇ ਹੋ। धन्यवाद। इंटरनेट की दुनिया का है ये बादशाह, जियो का जादू फैले हर जगह, दाम कम भी है, स्पीड में दम भी है, एंटरटेनमेंट का तड़का लगा। अब हर घर चलेगा, हर घर चलेगा, हर घर चलेगा जियो फाइबर। अब हर घर जियो फाइबर, अब हर घर, अब हर घर जियो फाइबर, अब हर घर, अब हर घर जियो फाइबर, अब हर घर, अब हर घर जियो फाइबर। टीवी पर लेटेस्ट एपिसोड मिस हो जाए तो जियो टीवी में जाकर उसे कभी भी चलाएं। 550 से अधिक टीवी चैनल्स और हॉटस्टार, सोनी लिव, जी जैसे ऐप्स का भंडार। अल्ट्रा हाई स्पीड से एंटरटेनमेंट मिलेगा मजेदार। 0 सिक्योरिटी डिपॉजिट, सेट टॉप बॉक्स भी मिलेगा फ्री। जब प्लान शुरू हो सिर्फ 399 से, तो बजट की नो वैल्यू।